नमस्कार भी सारे जिमें कि तुहानू पता अपनी हिस्ट्री की क्लास चल रही है। अपनी हिस्ट्री के पहला 55 ਲੈਕਚਰ ਕੰਪਲੀਟ ਹੋ ਚੁੱਕੇ ਆ। ਅੱਜ ਲੈਕਚਰ ਨੰਬਰ 56 ਹੈ। 55 ਲੈਕਚਰ ਦੇ ਵਿੱਚ ਦੇਖਿਆ ਸੀ ਆਪਾਂ ਗਵਰਨਰ ਜਨਰਲ ਆਫ ਬੰਗਾਲ ਬਾਰੇ ਪੜ੍ਹਿਆ ਸੀਗਾ। ਅੱਜ ਦਾ ਲੈਕਚਰ ਹੈਗਾ ਗਵਰਨਰ ਜਨਰਲ ਆਫ ਇੰਡੀਆ। ਤਾਂ ਜਰਾ ਟਾਈਮ ਨਾਲ ਲੈਂਦੇ ਹੋਏ ਮੈਂ ਲੈਕਚਰ ਸ਼ੁਰੂ ਕਰਦਾ ਹਾਂ। ਹੈਡਿੰਗ ਲਿਖਦੇ ਹਾਂ ਗਵਰਨਰ ਜਨਰਲ ਆਫ ਇੰਡੀਆ। ਠੀਕ ਹੈ ਬਈ, ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ। ਠੀਕ ਹੈ ਬਈ, ਗਵਰਨਰ ਜਨਰਲ ਆਫ इंडिया। बई ध्यान समझो, गवर्नर जनरल ऑफ इंडिया बई पहला कौन सीगा गवर्नर जनरल ऑफ इंडिया? तो पहला सीगा लॉर्ड विलियम बेंटिक। लॉर्ड विलियम बेंटिक बेंटिक जिहदा टाइम पीरियड 1828 तो लेके 1835 तक रहे। ठीक है भाई, 1828 तो लेके 1835 तक। बई फर्क की सीगा गवर्नर जनरल ऑफ बंगाल ते गवर्नर जनरल ऑफ इंडिया च फर्क की सी तां अंग्रेजी, पर फर्क की सी आपां थोड़ा लिखते हैं फिर पता लगेगा। तो पहला मैं लिखदा थोड़ा जा बई आपां लिखते हैं गवर्नर जनरल ऑफ बंगाल। बई जिहड़ा आपां बंगाल पढ़े है बई मैं पिछले लेक्चर च पढ़ाया, जिन्हें वीडियो नहीं देखी तो प्लीज़ पहले वीडियो देख लो। गवर्नर जनरल ऑफ बंगाल मैं कल्ला कल्ला कराया। गवर्नर जनरल ऑफ बंगाल दा टाइम पीरियड सी 1785 तो लेके 1833 तक 1833 तक। उस तो बाद शुरू हो जाता गवर्नर जनरल ऑफ इंडिया। ਇਹਦਾ टाइम पीरियड चलेगा 1833 तो लेके 1857 तक। ठीक है भाई, 1857 तक। इस तो बाद आ जाएंगे वाइसराय। इस तो बाद आएंगे वाइसराय। ध्यान ਨਾਲ देखियो, ਇਹਦੇ ਬਾਰੇ ਆਪਾਂ ਪੜ ਚੁੱਕੇ ਹਾਂ। ਗਵਰਨਰ ਜਨਰਲ ਬੰਗਾਲ ਬਾਰੇ ਪੜ ਚੁੱਕੇ ਹਾਂ। ਹੁਣ ਆਪਾਂ ਪੜ ਰਹੇ ਇੰਡੀਆ ਬਾਰੇ। ਤਾਂ ਜਿਹੜਾ ਆਪਾਂ ਨਾਮ ਪਾਇਆ ਵਿਲੀਅਮ ਬੈਂਟਿਕ ਦਾ, ਵਿਲੀਅਮ ਬੈਂਟਿਕ ਹੈ ਜਿਹੜਾ ਆ ਦੇਖੋ। ਹੁਣ ਧਿਆਨ ਨਾਲ ਦੇਖਿਓ, 1833 ਇਹਨਾਂ ਦੇ ਵਿੱਚ ਹੀ ਆਂਦਾ ਵੀ 1833 ਦਾ ਵਿੱਚ ਹੀ ਆਇਆ। ਤਾਂ 33 ਦੋਵਾਂ 'ਚ ਹੀ ਹੈ। ਧਿਆਨ ਨਾਲ ਦੇਖੋ, ਹੁਣ ਜਿਹੜਾ 33 ਹੈ ਇਹ 28 ਤੇ ਵਿੱਚ ਹੈ ਇਹਨਾਂ ਦੇ। ਤਾਂ ਇਹਦਾ ਮਤਲਬ ਜਿਹੜਾ ਵਿਲੀਅਮ ਬੈਂਟਿਕ ਸੀਗਾ, ਵਿਲੀਅਮ ਬੈਂਟਿਕ ਇਹਨੂੰ ਕਵਾਂਗੇ ਲਾਸਟ ਗਵਰਨਰ ਜਨਰਲ। ਲਾਸਟ ਗਵਰਨਰ ਜਨਰਲ ਬਈ ਇੱਕ ਤਾਂ ਇਹ ਲਾਸਟ ਗਵਰਨਰ ਜਨਰਲ ਸੀ, ਗਵਰਨਰ ਜਨਰਲ ਆਫ ਬੰਗਾਲ। ਬਈ ਦੇਖੋ ਬੰਗਾਲ ਦਾ ਤਾਂ ਇਹ ਲਾਸਟ ਸੀਗਾ। ਕਿਉਂ ਲਾਸਟ ਸੀਗਾ ਬਈ? ਕਿਉਂਕਿ 35 ਤੱਕ ਗਿਆ ਤਾਂ ਵਿੱਚ 33 ਦਾ ਡੇਟ ਆਈ ਹੈ। 33 ਆਈ ਹੈ ਤਾਂ ਲਾਸਟ ਗਵਰਨਰ ਜਨਰਲ ਆਫ ਬੰਗਾਲ ਤੇ 33 ਤੋਂ ਸ਼ੁਰੂ ਹੋ ਗਿਆ ਸੀਗਾ ਇੰਡੀਆ। ਤਾਂ ਇਹਨੂੰ ਕਹਾਂਗੇ ਆਪਾਂ ਵਿਲੀਅਮ ਬੈਂਟਿਕ ਨੂੰ ਲਾਸਟ ਗਵਰਨਰ ਜਨਰਲ ਆਫ ਬੰਗਾਲ ਐਂਡ ਫਸਟ ਗਵਰਨਰ ਜਨਰਲ ਆਫ ਇੰਡੀਆ। ਬਈ ਇਹ ਕੁਐਸਚਨ ਆਇਆ ਹੋਇਆ ਪੇਪਰ 'ਚ, ਭਾਰਤ ਦਾ ਆਖਰੀ ਗਵਰਨਰ ਜਨਰਲ ਆਫ ਬੰਗਾਲ ਤੇ ਫਸਟ ਗਵਰਨਰ ਜਨਰਲ ਆਫ ਇੰਡੀਆ ਕੌਣ ਰਿਹਾ ਹੈ? ਤਾਂ ਉਹਦਾ ਨਾਮ ਆਪਾਂ ਪਤਾ ਲੱਗ ਗਿਆ, ਉਹ ਰਿਹਾ ਵਿਲੀਅਮ ਬੈਂਟਿਕ। ਠੀਕ ਹੈ ਬਈ, ਵਿਲੀਅਮ ਬੈਂਟਿਕ। ਉਸ ਤੋਂ ਬਾਅਦ ਗੱਲ ਕਲੀਅਰ ਹੋ ਗਈ। ਹੁਣ ਤੁਹਾਨੂੰ ਇਹ ਗੱਲ ਆਈ ਹੋਪ ਸਮਝ ਆ ਗਈ ਹੋਗੀ। ਇੱਕ ਪਰਸਨ ਹੀ ਉਹ ਲਾਸਟ ਹੈ ਬੰਗਾਲ ਦਾ ਤੇ ਇੰਡੀਆ ਦਾ ਫਸਟ ਹੈ। ਹੁਣ ਧਿਆਨ ਨਾਲ ਸੁਣਿਓ, ਜਿੰਨੀ ਤਾਰੀਫ ਕੀਤੀ ਜਾਵੇ ਵਿਲੀਅਮ ਬੈਂਟਿਕ ਦੀ ਉਨੀ ਘੱਟ ਹੈ। ਆਪਾਂ ਪਹਿਲਾਂ ਪੜ੍ਹੇ ਬੰਗਾਲ ਵਾਲੇ, ਤਾਂ ਉਹ ਕੁਝ ਮਾੜੇ ਸੀਗੇ, ਇੰਡੀਆ ਲਈ ਕੁਝ ਮਾੜੇ ਵੀ ਸੀਗੇ, ਪਰ ਇਹਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਹੈ। ਕਿਉਂ? ਉਹਦਾ ਕਾਰਨ ਜਾਣਦੇ ਆ। ਇਹਨੇ ਕੀ ਕੁਝ ਕੀਤਾ ਇੰਡੀਆ ਲਈ, ਬਹੁਤ ਵਧੀਆ ਮੰਨਿਆ ਗਿਆ ਬਈ, ਬਹੁਤ ਟੌਪ ਦਾ ਹੈ ਵਿਲੀਅਮ ਬੈਂਟਿਕ ਬਾਰੇ। ਤਾਂ ਮੇਰਾ ਇਹ ਫੇਵਰਟ ਹੈ। ਹੁਣ ਇਹਦੇ ਕੰਮ ਦੇਖਦੇ ਆ ਫਿਰ ਪਤਾ ਲੱਗੇਗਾ। ਸਭ ਤੋਂ ਪਹਿਲਾਂ ਇਹਨੇ ਕੀ ਕੀਤਾ? ਇਹਨੇ abolition of ਸਤੀ ਕਦੋਂ ਖਤਮ ਕੀਤੀ ਬਈ? 1800 ਦੇਖੋ 28 ਚ ਆਇਆ, 29 ਦੇ ਵਿੱਚ ਸਤੀ ਪ੍ਰਥਾ ਖਤਮ ਕੀਤੀ। ਬਈ ਸਤੀ ਪ੍ਰਥਾ ਕੀ ਸੀ? ਜਦੋਂ ਕਿਸੇ ਦੇ ਹਸਬੰਡ ਦੀ ਡੈਥ ਹੋ ਜਾਂਦੀ ਸੀ, ਨਾਲ ਲੇਡੀਜ਼ ਨੂੰ ਮਾਰ ਮਾਰ ਕੇ ਨਾਲ ਬਿਠਾਇਆ ਜਾਂਦਾ ਸੀ ਅੱਗ 'ਚ। ਬਈ ਅੱਗ 'ਚ ਕਿਸੇ ਨੂੰ ਬਾਣਾ ਸੌਖਾ ਹੈ, ਉਹ ਵੀ ਲੇਡੀਜ਼ ਨੂੰ, ਉਹ ਵੀ ਜਿੰਦਾ ਨੂੰ। ਤਾਂ ਇਹਨੇ ਪੂਰਾ ਰੋਕ ਲਗਾਈ ਉਸ ਤੇ, ਬਈ ਸਤੀ ਪ੍ਰਥਾ ਨੂੰ ਰੋਕ ਲਗਾਓ। ਗੱਲ ਕਲੀਅਰ ਹੋ ਗਈ। ਵੈਸੇ ਆਪਣੇ ਪੰਜਾਬ 'ਚ ਰਾਜਾ ਰਾਮ ਮੋਹਨ ਰਾਏ ਜੀ ਆਣਗੇ, ਅੱਗੇ ਜਾ ਕੇ ਆਪਾਂ ਪੜਾਂਗੇ। ਉਹਨਾਂ ਨੇ ਵੀ ਮਤਲਬ ਬਹੁਤ ਯੋਗਦਾਨ ਦਿੱਤਾ ਸੀ। ਰਾਜਾ ਰਾਮ ਮੋਹਨ ਰਾਏ ਆਣਗੇ, ਉਹਨਾਂ ਬਾਰੇ ਪੜਾਂਗੇ। ਪਰ ਇਹਨਾਂ ਦਾ ਵੀ ਪੂਰਾ ਯੋਗਦਾਨ ਰਿਹਾ ਸੀਗਾ। ਇਹਨਾਂ ਨੇ ਵੀ ਸਤੀ ਪ੍ਰਥਾ ਨੂੰ ਪੂਰਾ ਖਤਮ ਕਰਾਇਆ। ਗੱਲ ਕਲੀਅਰ ਹੋ ਗਈ ਨਾ, ਪੂਰਾ ਜ਼ੋਰ ਲਾਤਾ ਸਤੀ ਪ੍ਰਥਾ ਖਤਮ ਕਰਨ 'ਚ। ਬਈ ਇੰਡੀਆ ਨੂੰ ਸਮਝਾਇਆ ਬਈ ਇਹ ਗੱਲ ਮਾੜੀ ਹੈ। ਗੱਲ ਕਲੀਅਰ ਹੋ ਗਈ। ਮਤਲਬ ਇਹਨਾਂ ਨੇ ਸਿੱਖ ਵੀ ਦੇ ਕੇ ਗਏ ਹੈ। ਉਸ ਤੋਂ ਬਾਅਦ ਹੋਰ ਇਹਨਾਂ ਦੇ ਕੰਮ ਦੇਖੋ, ਸਪਰੇਸ਼ਨਸ ਆਫ ਠੱਗੀ। ਬਈ ਉਸ ਟਾਈਮ ਤੇ ਠੱਗੀਆਂ ਬਹੁਤ ਹੁੰਦੀਆਂ ਸੀਗੀਆਂ, ਲੋਕਾਂ ਦੇ ਨਾਲ ਠੱਗੀਆਂ ਬਹੁਤ ਹੁੰਦੀਆਂ ਸੀ। ਉਹ ਜਿਹੜੇ ਠੱਗ ਕਰਦੇ ਸੀਗੇ ਉਹਨਾਂ ਨੂੰ ਇੰਡੀਆ 'ਚੋਂ ਬਾਹਰ ਕਢਾਇਆ। ਕਿਨੇ? ਵਿਲੀਅਮ ਬੈਂਟਿਕ ਨੇ। ਇਹਨੇ ਸਿੱਖਿਆ ਦੇਣ ਲਈ ਮੈਡੀਕਲ ਕਾਲਜ ਖੁਲਾਇਆ। ਤਾਂ ਇਹਨੇ ਮੈਡੀਕਲ ਕਾਲਜ ਖੁਲਾਇਆ। ਤਾਂ ਪਹਿਲਾ ਮੈਡੀਕਲ ਕਾਲਜ, ਫਸਟ ਮੈਡੀਕਲ ਕਾਲਜ ਜਿਹੜਾ ਕਿੱਥੇ ਖੁੱਲਿਆ ਬਈ? 1835 ਚ ਖੁੱਲਿਆ। 1835 ਚ ਕਿੱਥੇ? ਕਲਕੱਤਾ। ਠੀਕ ਹੈ ਬਈ, ਕਲਕੱਤਾ। ਧਿਆਨ ਰੱਖਿਓ ਮਾੜਾ ਜਿਹਾ। ਠੀਕ ਹੈ, ਤਾਂ ਪਹਿਲਾ ਕਾਲਜ ਖੁੱਲਿਆ ਕਲਕੱਤਾ। ਉਸ ਤੋਂ ਬਾਅਦ ਆ ਗੱਲ ਕਲੀਅਰ ਹੋ ਗਈ।
ਦੇਖੋ ਬਈ ਕੀ ਕਹਿੰਦਾ, ਸਤੀ ਪ੍ਰਥਾ ਨੂੰ ਖਤਮ ਕੀਤਾ, ਠੱਗ ਨੂੰ ਬਾਹਰ ਕਢਾਇਆ, ਮੈਡੀਕਲ ਕਾਲਜ ਖੁਲਾਇਆ। ਹੁਣ ਅੱਗੇ ਦੇਖਿਓ, ਇਹਨਾਂ ਨੂੰ ਕਹਿੰਦਾ ਫਾਦਰ ਆਫ ਮਾਡਰਨ ਵੈਸਟਰਨ ਐਜੂਕੇਸ਼ਨ ਆਫ ਇੰਡੀਆ। ਬਈ ਭਾਰਤ ਦੇ ਵੈਸਟ ਸਾਈਡ ਤੇ ਐਜੂਕੇਸ਼ਨ ਦੇਣ ਵਾਲਾ ਪਿਤਾ ਕਿਹਨੂੰ ਕਿਹਾ ਜਾਂਦਾ ਹੈ? ਤਾਂ ਪਿਤਾ ਮੰਨਿਆ ਜਾਂਦਾ ਕਿਉਂਕਿ ਇਹਨਾਂ ਨੇ ਕਾਲਜ ਖੁਲਾਏ, ਪੜ੍ਹਾਈ ਨੂੰ ਯੋਗਦਾਨ ਦਿੱਤਾ, ਬਹੁਤ ਜ਼ਿਆਦਾ ਮਤਲਬ ਕੰਮ ਕਰਾਏ। ਤਾਂ ਕੌਣ ਸੀਗਾ? ਵਿਲੀਅਮ ਬੈਂਟਿਕ, ਜੋ ਕਿ ਕੀ ਹੈ ਲਾਸਟ ਗਵਰਨਰ ਜਨਰਲ ਆਫ ਬੰਗਾਲ ਤੇ ਫਸਟ ਗਵਰਨਰ ਜਨਰਲ ਆਫ ਇੰਡੀਆ। ਗੱਲ ਕਲੀਅਰ ਹੋ ਗਈ ਨਾ ਤੁਹਾਨੂੰ? ਤਾਂ ਵਿਲੀਅਮ ਬੈਂਟਿਕ ਬਹੁਤ ਚੰਗਾ ਸੀਗਾ। ਹੋਰ ਦੇਖੋ ਮਾੜਾ ਜਿਹਾ, ਇਹਨਾਂ ਨੇ ਫਰੈਂਡਸ਼ਿਪ ਕੀਤੀ, ਠੀਕ ਹੈ, ਟ੍ਰੀਟੀ ਆਫ ਫਰੈਂਡਸ਼ਿਪ, ਮਤਲਬ ਸਮਝੌਤਾ ਕੀਤਾ, ਟ੍ਰੀਟੀ ਆਫ ਫਰੈਂਡਸ਼ਿਪ ਕਦੋਂ ਕੀਤੀ ਬਈ? 1831 ਚ। ਕਿਹਦੇ ਨਾਲ ਕੀਤੀ? ਤਾਂ ਮਹਾਰਾਜਾ ਰਣਜੀਤ ਸਿੰਘ ਨਾਲ। ਮਹਾਰਾਜਾ ਰਣਜੀਤ ਸਿੰਘ, ਬਈ ਪੰਜਾਬ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕੀਤੀ, ਫਰੈਂਡਸ਼ਿਪ ਵਧਾਈ। ਤਾਂ ਧਿਆਨ ਰੱਖਿਓ ਮਾੜਾ ਜਿਹਾ, ਇਹਨਾਂ ਦਾ ਲੜਾਈ ਦਾ ਕੋਈ ਇਰਾਦਾ ਨਹੀਂ ਸੀਗਾ। ਮਤਲਬ ਵਿਲੀਅਮ ਬੈਂਟਿਕ ਦਾ ਲੜਾਈ ਦਾ ਕੋਈ ਇਰਾਦਾ ਨਹੀਂ ਸੀ, ਇਹ ਸਿਰਫ ਇੱਕ ਸਿੱਖਿਆ ਦੇਣ ਆਇਆ ਸੀ, ਬਹੁਤ ਚੰਗਾ ਮੰਨਿਆ ਗਿਆ। ਤਾਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕੀਤੀ। ਨਾਲ ਇੱਕ ਟਾਈਮ ਤੇ ਹੋਰ 1833 ਚ ਚਾਰਟਰ ਐਕਟ ਪਾਸ ਕੀਤਾ। ਬਈ ਚਾਰਟਰ ਐਕਟ ਦਾ ਮਤਲਬ ਸਮਝਿਓ। ਇਸ ਤੋਂ ਪਹਿਲਾਂ ਕਦੋਂ ਆਏ ਸੀ? 1813 ਚ। ਬਈ ਮੈਂ ਪਹਿਲਾਂ ਦੱਸਿਆ ਹੋਇਆ ਵੀ ਚਾਰਟਰ ਐਕਟ 20 ਸਾਲਾਂ ਬਾਅਦ ਆਂਦਾ ਹੈ। 1833 ਚ ਹੁਣ ਆਇਆ, 1813 ਚ ਪਹਿਲਾਂ ਆਇਆ ਸੀ, 20 ਸਾਲਾਂ ਬਾਅਦ। ਵੀ ਜਦੋਂ ਇਹ ਵਪਾਰ ਪਹਿਲਾਂ ਆਏ ਸੀ ਨਾ ਸ਼ੁਰੂ ਤੇ, ਤਾਂ ਇਹ ਇੱਕ ਰਾਜ ਕਰਨ ਨਹੀਂ ਆਏ ਸੀ, ਵਪਾਰ ਕਰਨ ਆਏ ਸੀ। ਤੇ ਜਿਹੜਾ ਇਹਨਾਂ ਦਾ ਟਾਈਮ ਪੀਰੀਅਡ ਫਿਕਸ ਹੋਇਆ ਸੀ 20 ਸਾਲ ਦਾ ਹੋਇਆ ਸੀ, ਵੀ ਇਹ 20 ਸਾਲ ਕੰਪਨੀ ਵਪਾਰ ਕਰੇਗੀ। ਪਰ ਹੁਣ ਉਹ 20 ਸਾਲ ਵੱਧਦੇ ਜਾ ਰਹੇ ਆ, 20 ਸਾਲ ਵੱਧਦੇ ਜਾ ਰਹੇ ਆ। ਤੇ 1833 ਚ ਆ ਕੇ ਫਿਰ 20 ਸਾਲ ਕੰਪਨੀ ਦੇ ਪੂਰੇ ਹੋ ਗਏ, ਫਿਰ ਵੱਧ ਜਾਣਗੇ। ਤਾਂ ਇਹਨੂੰ ਕਹਿੰਦੇ ਸੀ ਚਾਰਟਰ ਐਕਟ। ਕੋਈ ਵਪਾਰ ਕਰਨ ਆਇਆ ਸੀ 20 ਸਾਲ ਵਾਸਤੇ, ਪਰ ਹੁਣ ਰਾਜ ਕਰਨ ਲੱਗ ਗਿਆ ਐਜ਼ ਏ ਕਿਹਦੇ ਤਹਿਤ? ਮਤਲਬ ਚਾਰਟਰ ਐਕਟ ਦੇ ਤਹਿਤ ਵੱਧੀ ਜਾਂਦਾ ਅੱਗੇ। ਗੱਲ ਕਲੀਅਰ ਹੋ ਗਈ? ਤਾਂ ਇਹ ਕੌਣ ਸੀ? ਵਿਲੀਅਮ ਬੈਂਟਿਕ। ਇਹਨੂੰ ਨੋਟ ਕਰੋ, ਫਿਰ ਆਪਾਂ ਅਗਲੇ ਗਵਰਨਰ ਜਨਰਲ ਆਫ ਇੰਡੀਆ ਤੇ ਚੱਲਦੇ ਹਾਂ। ਪਹਿਲਾਂ ਨੋਟ ਕਰੋ। ਉਸ ਤੋਂ ਬਾਅਦ ਆ ਗਿਆ ਸੀ ਸਰ ਚਾਰਲਸ ਮੈਟਕਾਲਫਸ। ਬਈ ਜਿਨ੍ਹਾਂ ਦਾ ਟਾਈਮ ਪੀਰੀਅਡ, ਸਰ ਚਾਰਲੇ ਮੈਟਕਾਲਫਸ, ਜਿਨ੍ਹਾਂ ਦਾ ਟਾਈਮ ਪੀਰੀਅਡ ਥੋੜਾ ਹੀ ਸੀਗਾ, 1835 ਤੋਂ ਲੈ ਕੇ 1836 ਤੱਕ। ਠੀਕ ਹੈ ਬਈ? ਸਰ ਚਾਰਲਸ ਮੈਟਕਾਲਫ ਦਾ ਟਾਈਮ ਪੀਰੀਅਡ ਸੀ 1835 ਤੋਂ ਲੈ ਕੇ 1836 ਤੱਕ। ਬਈ ਇਹ ਸਾਲ ਹੀ ਬੈਠੇ। ਸਾਲ ਦਾ ਕਾਰਨ ਕੀ ਸੀਗਾ? ਇਹਨਾਂ ਨੂੰ ਕਹਿੰਦਾ ਹੈ, ਠੀਕ ਹੈ, ਕੀ ਕਹਿੰਦੇ ਇਹਨਾਂ ਨੂੰ? ਤਾਂ ਇਹਨਾਂ ਨੂੰ ਕਹਿੰਦਾ ਲਿਬਰੇਟਰ ਆਫ ਪ੍ਰੈਸ। ਠੀਕ ਹੈ, ਇਹਨਾਂ ਨੂੰ ਨਾਮ ਦਿੱਤਾ ਗਿਆ ਸੀ। ਬਈ ਆਜ਼ਾਦੀ ਕਰਾਤੀ ਸੀ ਕਾਹਦੀ? ਪ੍ਰੈਸ ਦੀ। ਧਿਆਨ ਨਾਲ ਸੁਣਿਓ। ਇਹ ਕਹਿੰਦੇ ਸੀਗੇ ਉਸ ਟਾਈਮ ਤੇ ਨਾ ਆਪਾਂ ਨੂੰ ਜੋ ਇੰਡੀਅਨ ਵਾਲੇ ਸੀਗੇ, ਆਪਾਂ ਨੂੰ ਨਾ ਪ੍ਰੈਸ ਦੀ ਆਜ਼ਾਦੀ ਹੈ ਨਹੀਂ ਸੀਗੀ। ਕਿਉਂ? ਉਹਦਾ ਕਾਰਨ ਸਮਝੋ ਮਾੜਾ ਜਿਹਾ ਧਿਆਨ ਨਾਲ। ਉਸ ਟਾਈਮ ਤੇ ਕੀ ਹੁੰਦਾ ਸੀਗਾ? ਬਈ ਅੰਗਰੇਜ਼ਾਂ ਨੇ ਮੈਨੂੰ ਕੁਝ ਕਹਿਤਾ, ਤਾਂ ਮੈਂ ਪ੍ਰੈਸ ਦੇ ਰਾਹੀਂ, ਅਖਬਾਰ ਰਾਹੀਂ ਸਾਰੀ ਖਬਰ ਕਢਾਤੀ ਬਈ ਅੰਗਰੇਜ਼ਾਂ ਨੇ ਮੈਨੂੰ ਕੁਝ ਕਿਹਾ ਤੇ ਇਕੱਠੇ ਹੋ ਜਾਓ। ਤਾਂ ਉਸ ਟਾਈਮ ਲੋਕ ਅਖਬਾਰ ਪੜ੍ਹਦੇ ਸੀ, ਇਕੱਠੇ ਹੋ ਜਾਂਦੇ ਸੀਗੇ। ਤਾਂ ਅੰਗਰੇਜ਼ਾਂ ਨੂੰ ਪਤਾ ਸੀ ਬਈ ਇਹ ਅਖਬਾਰ ਰਾਹੀਂ ਇਕੱਠੇ ਹੁੰਦੇ ਆ, ਉਦੋਂ ਪ੍ਰੈਸ ਬੰਦ ਕਰਵਾ ਦਿੰਦੇ ਸੀ ਅੰਗਰੇਜ਼। ਠੀਕ ਹੈ ਬਈ? ਅੰਗਰੇਜ਼ ਪ੍ਰੈਸ ਬੰਦ ਕਰਵਾ ਦਿੰਦੇ ਸੀ ਬਈ ਇੰਡੀਆ ਵਾਲੇ ਇਕੱਠੇ ਨਾ ਹੋ ਸਕਣ। ਪਰ ਇਹ ਬੰਦਾ ਵੀ ਚੰਗਾ ਸੀਗਾ, ਇਹਨੇ ਆ ਕੇ ਕਿਹਾ ਬਈ ਇੰਡੀਆ ਦੇ ਅਧਿਕਾਰ ਦੇਣੇ ਚਾਹੀਦੇ ਹੈ, ਇਸ ਲਈ ਪ੍ਰੈਸ ਤੋਂ ਰੋਕ ਹਟਾਤੀ, ਲਿਬਰੇਟਰ ਕਰਤਾ ਆਪਾਂ ਨੂੰ, ਮਤਲਬ ਬਈ ਆਜ਼ਾਦ ਕਰਤਾ ਬਈ ਤੁਸੀਂ ਕਿਉਂ ਆਜ਼ਾਦ ਹੋ, ਪ੍ਰੈਸ ਦੀ ਤੁਹਾਨੂੰ ਆਜ਼ਾਦੀ ਹੈ। ਇਸ ਲਈ ਇਹਨੂੰ ਜਲਦੀ ਬੁਲਾ ਲਿਆ, ਇਹਨੂੰ ਬ੍ਰਿਟੇਨ ਵਾਲਿਆਂ ਨੇ ਜਲਦੀ ਬੁਲਾ ਲਿਆ। ਉਹਨਾਂ ਨੂੰ ਪਤਾ ਸੀ ਬਈ ਇਹ ਪ੍ਰੈਸ ਨੂੰ ਆਜ਼ਾਦ ਕਰਾਇਆ, ਹੁਣ ਕਿਤੇ ਉਹਨਾਂ ਦੇਸ਼ ਨੇ ਆਜ਼ਾਦ ਕਰਾਇਆ ਬਈ ਇਹਦੇ ਹੱਥੋਂ ਮਤਲਬ ਕੱਢ ਨਾ ਦੇਵੇ ਇਹ ਦੇਸ਼, ਇਸ ਲਈ ਇਹਨੂੰ ਵਾਪਸ ਬੁਲਾ ਲਿਆ ਸੀ। ਇਹ ਵੀ ਚਾਲ ਸੀਗੇ ਅੰਗਰੇਜ਼ਾਂ ਦੀ, ਚੰਗੇ ਬੰਦੇ ਨੂੰ ਉਰੇ ਰਹਿਣ ਨਹੀਂ ਦਿੰਦੇ ਸੀਗੇ ਤੇ ਮਤਲਬ ਇਹ ਜਿਹੜਾ ਮਾੜਾ ਸੀਗਾ ਉਹਨੂੰ ਰੱਖਦੇ ਸੀਗੇ। ਇਹ ਗੱਲ ਕਲੀਅਰ ਹੋ ਗਈ? ਤਾਂ ਇਸ ਲਈ ਜਦੋਂ ਇਹਨੇ ਆਜ਼ਾਦ ਕੀਤੀ ਪ੍ਰੈਸ ਨੂੰ, ਉਹਨੂੰ ਜਲਦੀ ਬੁਲਾ ਲਿਆ ਗਿਆ। ਉਸ ਤੋਂ ਬਾਅਦ ਫਿਰ ਕੌਣ ਆਇਆ? ਫਿਰ ਆਇਆ ਸੀਗਾ ਲਾਰਡ ਆਕਲੈਂਡ। ਲਾਰਡ ਆ ਵੀ ਆਪਣਾ ਹੋ ਗਿਆ, ਕਿਹੜਾ ਪੜ੍ਹ ਰਹੇ ਆਪਾਂ? ਗਵਰਨਰ ਜਨਰਲ ਆਫ ਇੰਡੀਆ, ਲਾਰਡ ਆਕਲੈਂਡ। ਬਈ ਆਕਲੈਂਡ ਦਾ ਟਾਈਮ ਪੀਰੀਅਡ ਸੀਗਾ 1836 ਤੋਂ ਲੈ ਕੇ 1842 ਤੱਕ। ਠੀਕ ਹੈ ਬਈ? ਇਹਨੇ ਕੀ ਕੀਤਾ? ਇਹਨੇ ਲੜਾਈ ਛੇੜ ਲਈ ਫਸਟ ਅਫਗਾਨ ਵਾਰ। ਬਈ ਇਹਨੂੰ ਇੱਥੇ ਕੋਈ ਮਿਲਿਆ ਨਹੀਂ, ਅਫਗਾਨਾਂ ਨਾਲ ਲੜਨ ਚਲਾ ਗਿਆ। ਫਸਟ ਅਫਗਾਨ ਵਾਰ ਜਿਹੜੀ ਕਿ 1836 ਤੋਂ ਲੈ ਕੇ 1842 ਤੱਕ ਚੱਲੀ। ਦੇਖੋ ਪਰ ਇਹਦੇ ਟਾਈਮ 'ਚ ਖਤਮ ਨਹੀਂ ਹੋਈ। ਇਸ ਤੋਂ ਬਾਅਦ ਜਿਹੜਾ ਆਏਗਾ ਆਪਣਾ ਗਵਰਨਰ ਜਨਰਲ ਬੰਗਾਲ, ਉਹਦੇ ਟਾਈਮ ਤੇ ਜਾ ਕੇ ਖਤਮ ਹੋਈ। ਠੀਕ ਹੈ? ਚੱਲੀ ਸੀਗੀ 1836 ਚ। ਹੋਰ ਧਿਆਨ ਨਾਲ ਦੇਖੋ, ਇਹਦੇ ਟਾਈਮ ਤੇ ਡੈਥ ਹੁੰਦੀ ਹੈ। ਕਿਹਦੀ ਡੈਥ ਹੁੰਦੀ ਹੈ? ਮਹਾਰਾਜਾ ਰਣਜੀਤ ਸਿੰਘ ਦੀ। ਮਹਾਰਾਜਾ ਰਣਜੀਤ ਸਿੰਘ।
ਰਣਜੀਤ ਸਿੰਘ ਦੀ ਡੈਥ ਹੁੰਦੀ ਹੈ। ਕਦੋਂ ਡੈਥ ਹੁੰਦੀ ਹੈ? 1839 ਚ, ਇਹ ਕਾਰਜਕਾਲ ਦੇ ਦੌਰਾਨ। ਹੁਣ ਜਿਵੇਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ ਤਾਂ ਜਿਹੜੇ ਬਾਅਦ ਚ ਅੰਗਰੇਜ਼ ਆਣਗੇ ਇਹ ਕਬਜ਼ਾ ਕਰਨਾ ਚਾਹਣਗੇ ਪੰਜਾਬ ਤੇ ਅਟੈਕ ਕਰਨਗੇ ਪੰਜਾਬ ਤੇ। ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਸੀ ਕਿਸੇ ਦੀ ਹਿੰਮਤ ਨਾ ਪਈ ਅਟੈਕ ਕਰਨ ਦੀ, ਬਟ ਹੁਣ ਕਰਨਗੇ। ਗੱਲ ਕਲੀਅਰ ਹੋ ਗਈ। ਤਾਂ ਇਹ ਦੋ ਕੰਮ ਹੀ ਕੀਤੇ ਬਈ, ਇੱਕ ਤਾਂ ਇਹਨੇ ਅਫਗਾਨੀਆਂ ਨਾਲ ਲੜਾਈ ਲੜੀ, ਅਫਗਾਨੀ ਵਾਰ ਲੜੀ, ਤੇ ਦੂਜੀ ਗੱਲ ਕੀ ਕੀਤਾ, ਮਹਾਰਾਜਾ ਰਣਜੀਤ ਸਿੰਘ ਦੀ ਡੈਥ ਇਹਦੇ ਟਾਈਮ 'ਚ ਹੋਈ। ਗੱਲ ਕਲੀਅਰ ਹੋ ਗਈ ਨਾ? ਗੱਲ ਦੋ ਗੱਲਾਂ ਹੋਈਆਂ। ਉਸ ਤੋਂ ਬਾਅਦ ਫਿਰ ਕੌਣ ਆਇਆ ਬਈ? ਇਹਨਾਂ ਨੇ ਜ਼ਿਆਦਾ ਕੰਮ ਨਹੀਂ ਕਰਾਇਆ ਸੀ, ਧਿਆਨ ਰੱਖਿਓ ਮਾੜਾ ਜਿਹਾ। ਉਸ ਤੋਂ ਬਾਅਦ ਕੌਣ ਆਇਆ? ਉਸ ਤੋਂ ਬਾਅਦ ਆਇਆ ਸੀ ਲਾਰਡ ਐਲਨ ਬਰਾਉ। ਠੀਕ ਹੈ ਬਈ, ਐਲਨ ਬਰਾਉ, ਜਿਹਦਾ ਟਾਈਮ ਪੀਰੀਅਡ ਸੀਗਾ 1842 ਤੋਂ ਲੈ ਕੇ 1844 ਤੱਕ। ਬਈ 2 ਸਾਲ ਹੀ ਆਇਆ। ਬਟ ਇਹਦੇ ਟਾਈਮ ਤੇ ਕੀ ਹੋਇਆ? ਐਂਡਡ ਕਾਦੀ ਲੜਾਈ? ਐਂਡ ਆਫ ਅਫਗਾਨ ਵਾਰ। ਤਾਂ ਅਫਗਾਨ ਵਾਰ ਦੀ ਲੜਾਈ ਦਾ ਐਂਡ ਹੋਇਆ ਅਫਗਾਨ ਵਾਰ। ਠੀਕ ਹੈ ਬਈ, ਅਫਗਾਨ ਵਾਰ ਕੌਣ ਜਿੱਤ ਗਏ? ਤਾਂ ਐਂਗਲੋ ਵਾਲੇ ਜਿੱਤ ਗਏ ਤੇ ਅਫਗਾਨੀਆਂ ਦੀ ਹਾਰ ਹੋ ਗਈ। ਗੱਲ ਕਲੀਅਰ ਹੋ ਗਈ ਨਾ? ਉਸ ਤੋਂ ਬਾਅਦ ਇਹਨੇ ਕੀ ਕੀਤਾ? ਇਹਨੇ ਦੂਜਾ ਕੰਮ, ਉਸ ਤੋਂ ਬਾਅਦ ਅਬੋਲਿਸ਼ਡ ਸਲੇਵਰੀ। ਬਈ ਸਲੇਵਰੀ ਦਾ ਮਤਲਬ ਇਹ ਹੋ ਗਿਆ ਗੁਲਾਮ ਪ੍ਰਥਾ ਖਤਮ ਕੀਤੀ। ਬਈ ਪਹਿਲਾਂ ਕੀ ਹੁੰਦਾ ਸੀਗਾ, ਆਪਾਂ ਕੋਈ ਪਰਸਨ ਖਰੀਦ ਲਿਆ, ਉਸ ਤੋਂ ਪੈਸੇ ਦੀ ਬੋਲੀ ਦੇ ਕੇ ਪੈਸੇ ਲੱਗਦੇ ਸੀਗੇ, ਮਤਲਬ ਪੈਸੇ ਦੇ ਕੇ ਬੋਲੀ ਲੱਗਦੀ ਸੀਗੀ। ਤਾਂ ਫਿਰ ਆਪਾਂ ਕੀ ਕਰਦੇ ਸੀ, ਉਹ ਕੋਈ ਪਰਸਨ ਖਰੀਦ ਲੈਂਦੇ ਸੀ, ਬਈ ਆ ਇੰਨੇ ਦਾ ਇਹ ਮੇਰੇ ਘਰੇ ਕੰਮ ਕਰੂਗਾ, ਉਹ ਕਰੂਗਾ। ਤਾਂ ਇਹ ਪ੍ਰਥਾ ਗਲਤ ਸੀਗੀ। ਉਸੇ ਰੋਕ ਲਗਾਈ ਕਿਹਨੇ ਖਤਮ ਕੀਤੀ? ਲਾਰਡ ਐਲਨ ਬਰਾਉ ਨੇ ਖਤਮ ਕੀਤੀ। ਕਾਫੀ ਹੱਦ ਤੱਕ ਇਹ ਚੰਗੀ ਗੱਲ ਸੀਗੀ। ਗੱਲ ਕਲੀਅਰ ਹੋ ਗਈ? ਤਾਂ ਇਹ ਕੀ ਅਪਾਇੰਟ ਹੋਇਆ? ਤਾਂ ਫਸਟ ਗਵਰਨਰ ਆਫ ਸਿੰਧ। ਤਾਂ ਪਹਿਲਾ ਗਵਰਨਰ ਆਫ ਸਿੰਧ ਦਾ ਪਹਿਲਾ ਗਵਰਨਰ ਕੌਣ ਅਪਾਇੰਟ ਹੋਇਆ ਸੀ? ਪਹਿਲਾਂ ਜਿੰਨੇ ਵੀ ਸਿੰਧ ਦੇ ਗਵਰਨਰ ਅਪਾਇੰਟ ਨਹੀਂ ਹੋਏ ਤਾਂ ਇਹ ਫਸਟ ਸੀਗਾ ਜੋ ਸਿੰਧ ਦਾ ਗਵਰਨਰ ਹੋਇਆ ਸੀਗਾ। ਇਹਦੇ 3 ਕਾਰਜਕਾਲ ਧਿਆਨ 'ਚ ਰੱਖਣੇ ਆ। ਦੁਬਾਰਾ ਫਿਰ ਦੱਸ ਦਈਏ ਇੱਕ ਵਾਰੀ। ਚਾਰਲਸ ਮੈਟਕਾਲਫ, ਇਹ 1801 ਸਾਲ ਵਾਸਤੇ ਆਇਆ। ਇਹਨੂੰ ਲਿਬਰਟਰ ਆਫ ਪ੍ਰੈਸ ਕਹਿੰਦੇ ਆ, ਆਜ਼ਾਦੀ ਲਿਆਇਆ ਸੀ ਪ੍ਰੈਸ ਵਾਸਤੇ। ਉਸ ਤੋਂ ਬਾਅਦ ਲਾਰਡ ਆਕਲੈਂਡ ਨੇ ਅਫਗਾਨ ਨਾਲ ਲੜਾਈ ਲੜੀ, ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ ਇਹਦੇ ਟਾਈਮ 'ਚ। ਲਾਰਡ ਐਲਨ ਬਰਾਉ ਇਹਨੇ ਕੀ ਕੀਤਾ? ਇਹਦੇ ਅਫਗਾਨ ਵਾਰ ਲੜੀ, ਅਬੋਲਿਸ਼ਡ ਸਲੇਵਰੀ ਤੇ ਫਸਟ ਗਵਰਨਰ ਬਣਿਆ ਸਿੰਧ ਦਾ। ਗੱਲ ਕਲੀਅਰ ਹੋ ਗਈ? ਅੱਜ ਦੇ ਲੈਕਚਰ 'ਚ ਇੰਨਾ ਬਹੁਤ ਹੈ, ਆਪਾਂ ਜਾਣਿਆ। ਇਸ ਤੋਂ ਬਾਅਦ ਅਗਲੇ ਲੈਕਚਰ 'ਚ ਜਾਣਾਂਗੇ ਕੌਣ ਸੀਗੇ ਗਵਰਨਰ ਬੰਗਾਲ ਇੰਡੀਆ ਦੇ ਜਿਹੜੇ ਰਹਿ ਗਏ। ਠੀਕ ਹੈ? ਉਸ ਤੋਂ ਬਾਅਦ ਪਲੀਜ਼ ਵੀਡੀਓ ਲਾਈਕ ਕਰਿਓ ਤੇ ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰੋ। ਆਪਾਂ ਫੇਰ ਮਿਲਾਂਗੇ। ਠੀਕ ਹੈ? ਸਭ ਨੂੰ ਸਤਿ ਸ਼੍ਰੀ ਅਕਾਲ, ਆਦਾਬ ਐਂਡ ਰਾਧੇ ਰਾਧੇ।